ਇਹ ਬਾਦਲ ਤੇ ਉਹਦੇ ਲਾਣੇ ਨੂੰ ਇਹ ਗੁਰੂ ਘਰ ਚੋਂ ਬਾਹਰ ਕਰਨਾ ਚਾਹੀਦਾ। 328 ਸਰੂਪਾਂ ਦੇ ਮਾਮਲੇ 'ਚ ਬਾਦਲਾਂ ਦਾ ਵੀ ਕੋਈ ਹੱਥ ਹੈ? ਹੱਥ ਹੀ ਉਹਦਾ, ਹੋਰ ਕਿਹਦਾ ਹੱਥ ਆ? ਹੋਰ ਰਾਮ ਰਹੀਮ ਲੈ ਗਿਆ ਇੱਥੋਂ ਆਪੇ। ਚੀਫ ਸੈਕਟਰੀ ਡਾਕਟਰ ਰੂਪ ਸਿੰਘ ਸੀਗੇ, ਅਸਤੀਫਾ ਦੇ ਚੁੱਕੇ ਨੇ, ਅਸਤੀਫਾ ਪ੍ਰਵਾਨ ਵੀ ਹੋ ਗਿਆ ਜਿਹੜੀ ਰਿਪੋਰਟ ਆਈ ਉਹਦੇ ਵਿੱਚ। ਪਰ ਡਾਕਟਰ ਰੂਪ ਸਿੰਘ ਕਹਿੰਦੇ ਨੇ ਉਹ ਤਾਂ ਕੁਆਰੰਟਾਈਨ ਨੇ, ਕੈਨੇਡਾ ਗਏ ਹੋਏ ਸੀ। ਇਹ ਰਿਟਾਇਰਮੈਂਟ ਨਹੀਂ ਸੀ, ਨਾ ਕੋਈ ਪ੍ਰੋਬਲਮ ਸੀ, ਇਹ ਲੰਬੀ ਛੁੱਟੀ ਲੈ ਕੇ ਗਿਆ ਕੈਨੇਡਾ, ਤੇ ਕੈਨੇਡਾ ਵੀ ਗੁਨਾਹ ਕਰਕੇ ਆਇਆ। ਇੱਕ ਸੀਕਰਟ ਫਾਈਲ ਆ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ। ਇਹ ਤੈਅ ਸੀ 1998 ਤੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਇੱਕ ਫਿਲਮ ਤੋਂ ਹੋਊਗੀ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਾਰੇ ਮਾਮਲੇ 'ਚ ਕਿੱਦਾਂ ਦੇਖਦੇ ਹੋ? ਅਕਸਰ ਉਹਨਾਂ ਦਾ ਬੜਾ ਸਾਫ਼ ਹੈ ਲੋਕਾਂ ਨੂੰ। ਤਾਂ ਨੌਕਰ ਨੂੰ ਅਸੀਂ ਮਾਲਕ ਦੇ ਥੱਲੇ ਕੰਮ ਕਰਦਿਆਂ ਦੇਖਦੇ, ਉੱਦਾਂ ਦੇਖ ਰਿਹਾ ਮੈਂ ਉਹਨੂੰ। ਇਹ PhDਆਂ ਤੇ ਜਾਣਾ ਖਣਾ ਕਰੀ ਫਿਰਦਾ। PhD ਕਰਨ ਨਾਲ ਇਮਾਨਦਾਰੀ ਨਹੀਂ ਆਉਂਦੀ। ਢੱਡਰੀਆਂ ਵਾਲੇ ਦੇ ਮਸਲੇ ਨੂੰ ਲੈ ਕੇ ਤੁਸੀਂ ਵੀ ਸੁਣਿਆ ਹੋਣਾ ਕਿ ਕਿਸ ਤਰ੍ਹਾਂ ਦੇ ਫੈਸਲੇ ਉਹ ਵੀ ਇਦਾਂ ਹੀ ਜਿਹੜਾ ਚੈਲੰਜ ਕਰਦੇ ਨੇ ਕਿ ਜਥੇਦਾਰ ਸਹੀ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਤੇ ਮੈਂ ਪੇਸ਼ ਹੋਣ ਨੂੰ ਤਿਆਰ ਆ। ਇਹ ਹੁਣ ਜਥੇਦਾਰ ਦੇ ਵਿੱਚ ਹਿੰਮਤ ਆ, ਉਹਦੀਆਂ ਲੱਤਾਂ ਭਾਰ ਚੱਲਦੀਆਂ ਤੇ ਇਹਨੂੰ ਜਵਾਬ ਦੇਵੇ। ਦੁੱਖ ਨਿਵਾਰਨ ਆ ਜਾਓ, ਉਹ ਕਹਿੰਦੇ ਮੈਂ ਨਹੀਂ ਆਉਣਾ। ਫਿਰ ਮੈਂ ਕਿਹਾ ਜੀ ਅਸੀਂ ਹੋਰ ਤੁਹਾਡੇ ਕੋਲ ਅੱਗੇ ਆ ਜਾਂਦੇ, ਫਿਰ ਕਹਿੰਦੇ ਮੈਂ ਨਹੀਂ ਆਉਣਾ ਜੀ, ਇਹ ਤੁਹਾਡਾ ਬੰਦਾ। ਫਿਰ ਮੈਂ ਕਿਹਾ ਬੰਦਾ ਬਦਲਦੇ। ਇਹ ਜਥੇਦਾਰ ਅਕਾਲ ਤਖਤ ਦੀਆਂ ਕਾਰਵਾਈਆਂ। ਢੱਡਰੀਆਂ ਵਾਲੇ ਤਾਂ ਅੱਗੇ ਹੀ ਕਹਿੰਦੇ ਨੇ ਕਿ ਇਹਨਾਂ ਨੇ ਮੈਨੂੰ ਪੰਥ ਚੋਂ ਛੇਕ ਦੇਣਾ, ਇੱਕੋ ਹੀ ਰਾਹ। ਢੱਡਰੀਆਂ ਵਾਲਾ ਰਾਪਿਆ, ਕੋਈ ਢੱਡਰੀਆਂ ਵਾਲਾ ਕਹਿੰਦਾ ਰਹੇ ਜੋ ਕਹਿੰਦਾ। SGPC ਨੂੰ ਤੁਸੀਂ ਕੀ ਮੰਨਦੇ ਹੋ ਕਿ ਕਿੱਦਾਂ ਮੁਕਤ ਕਰਾ ਸਕਦੇ ਹੋ? ਦੇਖੋ ਨਾ ਚੋਣਾਂ ਹੋ ਰਹੀਆਂ, ਨਾ ਕੋਈ ਫੈਸਲਾ ਇਹੋ ਜਿਹਾ ਆ ਰਿਹਾ ਕਿ ਚੋਣਾਂ ਹੋ ਜਾਣ ਤੇ ਛੱਡ ਦਈਏ, ਅਸੀਂ ਬਾਦਲ ਨੂੰ ਛੱਡ ਦਈਏ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਸਿੱਖ ਪੰਥ ਦੇ ਵਿੱਚ ਇਸ ਵੇਲੇ ਕਈ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਸਿੱਖ ਜਗਤ ਜਿਹੜਾ ਉਹ ਭੰਬਲ ਭੂਸੇ ਵਿੱਚ ਹੈ। ਸ਼੍ਰੋਮਣੀ ਕਮੇਟੀ ਕੀ ਫੈਸਲਾ ਲੈਂਦੀ ਹੈ? ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਨੇ ਗਿਆਨੀ ਹਰਪ੍ਰੀਤ ਸਿੰਘ ਕੀ ਫੈਸਲੇ ਲੈ ਰਹੇ ਨੇ? ਤਮਾਮ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ। ਸਰ, ਤੁਹਾਡਾ ਸਵਾਗਤ ਹੈ। ਪਹਿਲਾਂ ਇਹ ਦੱਸੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 328 ਸਰੂਪ ਲਾਪਤਾ, ਪਹਿਲਾਂ 267 ਕਹਿੰਦੇ ਸੀ, ਹੁਣ 328 ਕਹਿੰਦੇ ਨੇ, ਕੀ ਕਹਿਣਾ ਤੁਹਾਡਾ? ਇਹ ਵੀ ਤੇ ਬਹੁਤ ਕੁਛ ਕਹਿ ਗਏ ਨੇ। ਪਹਿਲਾਂ ਤੇ ਕਹਿੰਦੇ ਸੀਗੇ ਕਿ ਹੈ ਹੀ ਕੁਛ ਨਹੀਂ, ਝੂਠ ਬੋਲਦੇ ਨੇ ਇਲਜ਼ਾਮ ਲਾਉਣ ਵਾਲੇ। ਹੁਣ ਸ਼ੁਕਰ ਹੈ ਕਿ ਮੰਨ ਗਏ ਕਿ 328 ਇੱਕ ਨੇ, 125 ਇੱਕ ਨੇ ਅਧਿਕਾਰ ਛਾਪੇ ਗਏ, 61 ਇੱਕ ਨੇ। ਤੋ ਇਹ ਵੀ ਕਲੀਅਰ ਹੋ ਗਿਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੁਕਸਾਨ ਹੋਇਆ ਸੀ, ਇਹ ਕਹਿੰਦੇ ਸੀ 4 ਸੀ, ਫਿਰ ਕਹਿੰਦੇ 16 ਸੀ, ਹੁਣ ਉਹ ਵੀ ਨਿਕਲਿਆ ਕਿ 80 ਸੀ ਜਿਹੜਾ ਅਸੀਂ ਕਹਿੰਦੇ ਸੀ। ਇਹ ਵੀ ਕਲੀਅਰ ਹੋ ਗਿਆ ਕਿ ਚੋਰੀ ਸੰਸਕਾਰੇ ਗਏ। ਤੋ ਏਡੀ ਵੱਡੀ ਸੰਸਥਾ ਇੰਨੀ ਵੱਡੀ ਬੱਜਰ ਗਲਤੀ ਕਰ ਰਹੀ ਆ, ਉਹਦੇ ਬਾਰੇ ਤੇ ਹੁਣ ਸਿੱਖ ਪੰਥ ਫੈਸਲਾ ਲਵੇ ਤੇ ਇੱਕ ਵਾਰੀ ਇੱਕ ਯਕਮੁਸ਼ਤ ਫੈਸਲਾ ਲਵੇ। ਰੋਜ਼ ਨਵੇਂ ਤੋਂ ਨਵਾਂ ਕਿੱਸਾ ਕਰਪਸ਼ਨ ਦਾ, ਕਦੀ 12 ਕਰੋੜ ਦਾ ਸ਼ਾਮਿਆਨਾ ਲੱਗ ਰਿਹਾ, ਕਦੀ ਕੁਛ ਹੋ ਰਿਹਾ, ਕਦੀ ਜ਼ਮੀਨਾਂ ਦੇ ਕਪਲੇ, ਕਦੀ ਗੋਲਕਾਂ ਦੇ ਚੱਕ ਕਪਲੇ। ਇਹ ਸਿੱਖ ਸੰਗਤ ਨੂੰ ਇੱਕੋ ਇੱਕ ਫੈਸਲਾ ਲੈਣਾ ਚਾਹੀਦਾ ਕਿ ਇਹ ਬਾਦਲ ਤੇ ਉਹਦੇ ਲਾਣੇ ਨੂੰ ਇਹ ਗੁਰੂ ਘਰ ਚੋਂ ਬਾਹਰ ਕਰਨਾ ਚਾਹੀਦਾ। ਤੁਸੀਂ ਕੀ ਮੰਨਦੇ ਹੋ ਕਿ 328 ਸਰੂਪਾਂ ਦੇ ਮਾਮਲੇ 'ਚ ਬਾਦਲਾਂ ਦਾ ਵੀ ਕੋਈ ਹੱਥ ਹੈ? ਹੱਥ ਹੀ ਉਹਦਾ, ਹੋਰ ਕਿਹਦਾ ਹੱਥ ਆ? ਹੋਰ ਰਾਮ ਰਹੀਮ ਲੈ ਗਿਆ ਇੱਥੋਂ ਆਪੇ ਆਰਡਰ ਕਰਕੇ। ਕੋਈ ਵੀ ਅਨਅਧਿਕਾਰਤ ਗੱਲ ਹੁੰਦੀ ਆ, ਚੀਫ ਸੈਕਟਰੀ ਜਿਹੜਾ ਉਹਦੇ ਹੁਕਮ ਨਾਲ ਉੱਥੋਂ ਚੀਜ਼ ਜਾਂਦੀ ਆ, ਤੇ ਚੀਫ ਸੈਕਟਰੀ ਨੂੰ ਹੁਕਮ ਕੌਣ ਦੇ ਸਕਦਾ? ਇਹ ਲੌਂਗੋਵਾਲ ਤੇ ਉਦੋਂ ਸੀਗਾ ਨਹੀਂ, ਮੱਕੜ ਮਰ ਗਿਆ। ਪਰ ਕੀ ਕੋਈ ਪ੍ਰਧਾਨ ਇੰਨਾ ਵੱਡਾ ਰਿਸਕ ਲੈ ਸਕਦਾ ਜਿੰਨਾ ਵੱਡਾ ਘਪਲਾ ਹੋਇਆ, ਜਿੰਨਾ ਵੱਡਾ ਇਹ ਨੁਕਸਾਨ ਹੋਇਆ ਸਾਡਾ? ਇਹ ਬਾਦਲ ਪਰਿਵਾਰ ਹੀ ਇਹਦੇ ਲਈ ਜ਼ਿੰਮੇਵਾਰ ਹੈ। ਚੀਫ ਸੈਕਟਰੀ ਡਾਕਟਰ ਰੂਪ ਸਿੰਘ ਸੀਗੇ, ਅਸਤੀਫਾ ਦੇ ਚੁੱਕੇ ਨੇ, ਅਸਤੀਫਾ ਪ੍ਰਵਾਨ ਵੀ ਹੋ ਗਿਆ ਜਿਹੜੀ ਰਿਪੋਰਟ ਆਈ ਉਹਦੇ ਵਿੱਚ। ਪਰ ਡਾਕਟਰ ਰੂਪ ਸਿੰਘ ਕਹਿੰਦੇ ਨੇ ਉਹ ਤਾਂ ਕੁਆਰੰਟਾਈਨ ਨੇ, ਕੈਨੇਡਾ ਗਏ ਹੋਏ ਸੀ। ਉਹਨੂੰ ਕਿੱਦਾਂ? ਕੈਨੇਡਾ ਗਏ ਹੋਏ ਸੀ ਜਦੋਂ ਇਨਕੁਆਇਰੀ ਸ਼ੁਰੂ ਕਰਨੀ ਸੀ। ਜਦੋਂ ਇਨਕੁਆਇਰੀਆਂ ਹੱਥ ਖੜੇ ਕਰ ਗਈਆਂ, ਫਿਰ ਜਥੇਦਾਰ ਅਕਾਲ ਤਖਤ ਨੂੰ ਕਿਹਾ ਜੀ ਤੁਸੀਂ ਐਂ ਕਰੋ, ਕੋਈ ਰਿਟਾਇਰ ਜੱਜ ਨਿਯੁਕਤ ਕਰੋ। ਜਦੋਂ ਉਹਦੀ ਇਨਕੁਆਇਰੀ ਸ਼ੁਰੂ ਹੋਣੀ ਸੀ ਉਦੋਂ ਗਏ, ਤੇ ਗਏ ਚੋਰੀ, ਲੰਬੀ ਛੁੱਟੀ ਲੈ ਕੇ। ਇੱਕ ਜ਼ਿੰਮੇਵਾਰ ਵਿਅਕਤੀ ਜਿਹਦੇ ਸਿਰ ਤੇ ਸੰਸਥਾ ਹੈ ਸਾਡੀ, ਜਿਹੜਾ ਜਵਾਬਦੇਹ ਆ, ਉਹ ਤੇ ਰਿਟਾਇਰ ਵੀ ਹੋਣ ਵਾਲਾ ਹੋਵੇ ਤੇ ਉਹਨੂੰ ਉੱਥੋਂ ਰੱਖਣਾ ਚਾਹੀਦਾ ਵੀ ਆ ਪਹਿਲਾਂ ਜਵਾਬ ਦੇ ਕੇ ਜਾ। ਇਹ ਰਿਟਾਇਰਮੈਂਟ ਨਹੀਂ ਸੀ, ਨਾ ਕੋਈ ਪ੍ਰੋਬਲਮ ਸੀ, ਇਹ ਲੰਬੀ ਛੁੱਟੀ ਲੈ ਕੇ ਗਿਆ ਕੈਨੇਡਾ, ਤੇ ਕੈਨੇਡਾ ਵੀ ਗੁਨਾਹ ਕਰਕੇ ਆਇਆ। ਇੱਥੋਂ
PDF ਫਾਈਲ ਲੈ ਕੇ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਕਰਵਾ ਕੇ ਆਇਆ। ਇੱਕ ਕੈਨੇਡਾ ਦੇ ਵਿੱਚ ਜਿਹੜਾ ਹੁਣ ਰੌਲਾ ਰੱਪਾ ਪਿੱਛੇ ਜੇ ਪਿਆ ਸੀ ਸਰੂਪਾਂ, ਹਾਂ ਉੱਥੇ ਇਹ ਡਾਕਟਰ ਰੂਪ ਸਿੰਘ ਦੀ ਕਰਤੂਤ ਆ। ਇੱਕ ਉਹ ਪ੍ਰੂਫ ਰੀਡਰ ਸੀ, ਉਹ ਰਿਟਾਇਰ ਹੋ ਕੇ ਗਿਆ। ਇਹਨਾਂ ਦੋਵਾਂ ਨੇ ਉੱਥੇ ਆਪਣਾ ਧੰਦਾ ਸ਼ੁਰੂ ਕਰਨਾ ਸੀ। ਇਹਨਾਂ ਦੀ ਕਿਰਪਾ ਨਾਲ ਹੀ ਇੱਕ ਸੀਕਰਟ ਫਾਈਲ ਆ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ। ਇਹ ਤੈਅ ਸੀ 1998 ਤੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਇੱਕ ਫਿਲਮ ਤੋਂ ਹੋਊਗੀ, ਜਿੱਥੇ ਵੀ ਹੋਊਗੀ ਇੱਕ ਫਿਲਮ ਤੋਂ ਹੋਊਗੀ, ਦੂਸਰੀ ਨਹੀਂ ਇਸਤੇਮਾਲ ਹੋਊਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਛਪਾਈ ਤੋਂ ਲੈ ਕੇ ਤੇ ਜਿੱਥੇ ਜਾਣਾ ਉੱਥੋਂ ਤੱਕ ਦਾ ਰਿਕਾਰਡ ਹੋਊਗਾ। ID ਕੀ ਆ, ਲਿਜਾਣ ਵਾਲੇ ਦੀ ID ਕੀ ਆ, ਤੇ ਐਡਰੈਸ ਕੀ ਆ ਜਿੱਥੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ। ਉਹਦਾ ਇੱਕ ਕਾਲਮ ਹੋਊਗਾ ਵੈਬਸਾਈਟ 'ਤੇ, ਫੇਸਬੁੱਕ 'ਤੇ, ਕਿ ਇਹ ਇਸ ਜਗ੍ਹਾ 'ਤੇ ਇਸ ਟਾਈਮ 'ਤੇ ਇਸ ID ਨਾਲ ਗਈ। ਤੋ ਅੱਜ ਸਾਰਾ ਕੁਛ ਹੀ ਐ ਜਿਵੇਂ ਕਿਤੇ ਮੰਡੀ ਲੱਗੀ ਹੋਏ ਤੇ ਬੋਲੀ ਲੱਗ ਕੇ ਗਿਆ ਹੋਵੇ ਸਾਰਾ ਕੁਛ। ਉਹਦੇ ਲਈ ਕੌਣ ਜ਼ਿੰਮੇਵਾਰ ਆ? ਇਹ ਡਾਕਟਰ ਰੂਪ ਸਿੰਘ ਕਿਸ ਲਈ ਬੈਠਾ ਉੱਥੇ? ਇਹ ਚੀਫ ਸੈਕਟਰੀ ਕਿਉਂ ਖਵਾਉਂਦਾ ਆਪਣੇ ਆਪ ਨੂੰ? ਇਹਦੀ ਜ਼ਿੰਮੇਵਾਰੀ ਕੀ ਬਣਦੀ ਆ? ਪੈਸੇ ਖਾਣੇ? ਤੋ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਸੰਭਾਲ ਸਕਦੇ, ਗੁਰੂ ਦੀ ਗੋਲਕ ਦਾ ਪੈਸਾ ਨਹੀਂ ਸੰਭਾਲ ਸਕਦੇ, ਗੁਰੂ ਦੀਆਂ ਜਾਇਦਾਦਾਂ ਜ਼ਮੀਨਾਂ ਨਹੀਂ ਸੰਭਾਲ ਸਕਦੇ। ਆਫਟਰ ਆਲ ਇਹ ਕਿਸ ਲਈ ਨੇ? ਜਥੇਦਾਰ ਸਾਹਿਬ, ਸਤਨਾਮ ਟਰਸਟ ਨੇ ਛਾਪੇ ਸੀ, ਚਰਚਾਵਾਂ ਤਾਂ ਇਹ ਸੀ, ਤੁਸੀਂ ਡਾਕਟਰ ਰੂਪ ਸਿੰਘ ਤੇ ਕਿਸ ਬਣਾ ਤੇ ਇਲਜ਼ਾਮ ਲਾ ਰਹੇ ਹੋ? ਉਹ ਸਤਨਾਮ ਟਰਸਟ ਇੱਥੋਂ ਕਿਸ ਤਰ੍ਹਾਂ ਲੈ ਗਿਆ? ਫਾਈਲ ਕਿਸ ਤਰ੍ਹਾਂ ਲੈ ਗਿਆ? ਸਤਨਾਮ ਟਰਸਟ ਨੂੰ ਫਾਈਲ ਕਿਸ ਨੇ ਦਿੱਤੀ? ਪ੍ਰਬੰਧਕ ਕਮੇਟੀ ਦੀ ਸੀਕਰਟ ਫਾਈਲ ਕਿਸ ਨੇ ਦਿੱਤੀ? ਕੌਣ ਦੇ ਸਕਦਾ? ਤੇ ਜੇ ਕਿਸੇ ਨੇ ਨਹੀਂ ਦਿੱਤੀ ਤੇ ਇਹ ਡਾਕਟਰ ਰੂਪ ਸਿੰਘ ਉਹਦੇ ਘਰ ਕੀ ਲੈਣ ਗਿਆ? ਇੱਥੋਂ ਛੁੱਟੀ ਲੈ ਕੇ ਸਤਨਾਮ ਪ੍ਰੈਸ ਵਾਲੇ ਦੇ ਘਰ ਕੀ ਲੈਣ ਗਿਆ? ਤੁਹਾਡੇ ਕੋਲ ਇਸ ਗੱਲ ਦਾ ਕੀ ਸਬੂਤ ਹੈ ਕਿ ਇੱਥੇ ਗਏ ਸੀ? ਇਹਦੇ ਕੋਲ ਕੀ ਸਬੂਤ ਹੈ? ਦੱਸੇ ਕਿੱਥੇ ਗਿਆ? ਇਹ ਕਿਉਂ ਨਹੀਂ ਦੱਸਦਾ? ਉਹ ਤਾਂ ਕਹਿੰਦੇ ਕਿ ਮੈਂ ਆਪਣੇ ਨਿੱਜੀ ਕਾਰਨਾਂ ਕਰਕੇ ਕੈਨੇਡਾ ਗਿਆ ਸੀ। ਕਾਰਨ ਸਤਨਾਮ ਟਰਸਟ ਕੋਲ ਹੁੰਦੇ ਇਹਦੇ ਸਾਰਾ BC ਬ੍ਰਿਟਿਸ਼ ਕੋਲੰਬੀਆ ਜਾਣਨ ਡਿਆ। ਉਹ ਦੁਹਾਈ ਪਈ ਆ ਉੱਥੇ ਵੀ ਕੀ ਕਰਕੇ ਆਇਆ ਉੱਥੇ। ਤੁਹਾਨੂੰ ਲੱਗਦਾ ਕਿ ਡਾਕਟਰ ਰੂਪ ਸਿੰਘ ਲੁਕਦਾ ਕਿਉਂ ਫਿਰਦਾ ਹੈ? ਇਹਨੂੰ ਚਾਹੀਦਾ ਸੀਗਾ ਕਿ ਇਨਵੈਸਟੀਗੇਸ਼ਨ ਹੋ ਰਹੀ ਆ, ਉਹਨੂੰ ਸਹਿਯੋਗ ਦੇਣਾ, ਕਿਤੇ ਆਪ ਜਵਾਬ ਦੇਣਾ ਤੇ ਖੜਾ ਹੋ ਕੇ ਦੇਵੇ, ਕਿਸੇ ਤੋਂ ਦਵਾਉਣਾ ਤੇ ਉਹਦੇ ਘਰ ਤੱਕ ਪਹੁੰਚ ਕਰੇ, ਇਹਨੂੰ ਕਲੀਅਰ ਕਰਦਾ। ਪਰ ਉਹ ਤਾਂ ਕੁਆਰੰਟਾਈਨ ਨੇ, ਇਕਾਂਤਵਾਸ ਨੂੰ ਕਹਿੰਦੇ ਮੈਂ ਜਵਾਬ ਦਊਂਗਾ, ਉਹਨਾਂ ਦਾ ਬਿਆਨ ਵੀ ਚੱਲ ਰਿਹਾ। ਉਹ ਇਕਾਂਤਵਾਸ ਇਹਦਾ ਕਦੋਂ ਖਤਮ ਹੋਊਗਾ? ਇਹਦਾ ਕਦੋਂ ਖਤਮ ਹੋਊਗਾ? ਨਾ ਬਾਦਲ ਦਾ ਹੋਇਆ ਨਾ ਇਹਦਾ ਹੋਣਾ। ਬਾਦਲ ਦਾ ਇਕਾਂਤਵਾਸ 50 ਸਾਲਾਂ ਤੋਂ ਅਜੇ ਤੱਕ ਖਤਮ ਨਹੀਂ ਹੋਇਆ। ਨਾ ਉਹ ਜਵਾਬ ਦਿੰਦਾ ਕਿਤੇ ਤੇ ਨਾ ਉਹ ਦੇ ਸਕਦਾ। ਨਾ ਇਹਦਾ ਹੋਣਾ, ਨਾ ਇਹ ਜਥੇਦਾਰ ਦਾ ਹੋਣਾ। ਇਹ ਕੋਈ ਜਵਾਬ ਹੀ ਨਹੀਂ ਦਿੰਦੇ। ਸਾਡੀ ਪ੍ਰੋਬਲਮ ਇਹ ਆ, ਪੰਥ ਦੀ ਪ੍ਰੋਬਲਮ ਇਹ ਆ, ਸੰਗਤ ਦੀ ਪ੍ਰੋਬਲਮ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਏਡੀ ਵੱਡੀ ਮਾਤਰਾ 'ਚ ਕਿੱਥੇ ਗਏ ਤੇ ਕਿਹਦੇ ਹੁਕਮ ਨਾਲ ਗਏ? ਗੱਲ ਤੇ ਇੰਨੀ ਕਿਹਾ, ਇਹ ਦੱਸ ਦੇਵੇ, ਰੂਪ ਸਿੰਘ ਦੱਸ ਦੇਵੇ। ਜਿਹੜੀ ਫਾਈਲ ਤੁਸੀਂ ਕਹਿੰਦੇ ਹੋ ਕਿ PDF ਦੀ ਫਾਈਲ ਬੜੀ ਗੁਪਤ ਹੁੰਦੀ ਹੈ, ਇਦਾਂ ਨਹੀਂ ਜਾ ਸਕਦੀ, ਡਾਕਟਰ ਰੂਪ ਸਿੰਘ ਇਕੱਲੇ ਇੰਨਾ ਹੌਸਲਾ ਕਰ ਸਕਦੇ ਨੇ ਕਿ ਉਹ ਫਾਈਲ ਲੈ ਜਾਣ? ਤੁਹਾਨੂੰ ਨਹੀਂ ਲੱਗਦਾ ਪਿੱਛੇ ਕੋਈ ਹੋਰ ਸ਼ਾਇਦ? ਪਿੱਛੇ ਉਹਦੇ ਕੌਣ? ਉਹ ਤੋਂ ਉੱਤੇ ਕੋਈ ਹੋਰ ਹੈਗਾ? ਪ੍ਰਬੰਧਕ ਕਮੇਟੀ 'ਚ ਤੂਤਲੀ ਸੀਟ ਹੈਗੀ ਕੋਈ? ਉਹ ਹੈਗੀ ਹੈ ਬਾਦਲ ਦੀ, ਉਹ ਦੇਊਗਾ। ਫਿਰ ਉਹਨੇ ਦਿੱਤੀ ਹੋ ਤੇ ਦੱਸੇ ਇਹਨੇ ਦਿੱਤੀ ਆ। ਇਹਦੇ ਬਾਰੇ ਤੁਸੀਂ ਜਵਾਬਦੇਹੀ ਤੇ ਇਹਦੀ ਆ ਨਾ, ਜਿਹੜਾ ਵੀ ਲੈ ਗਿਆ ਜਵਾਬਦੇਹੀ ਤੇ ਇਹਦੀ ਆ। ਇਹ ਕਦੀ ਵੀ ਬਾਦਲ ਜਦੋਂ ਹੁਕਮ ਦਊਗਾ ਉਹ ਕਲਰਕ ਨੂੰ ਨਹੀਂ ਦਊਗਾ, ਉਹ ਮੈਨੇਜਰ ਨੂੰ ਨਹੀਂ, ਇੰਚਾਰਜ ਨੂੰ ਨਹੀਂ ਦਊਗਾ, ਉਹ ਚੀਫ ਸੈਕਟਰੀ ਨੂੰ ਦਊਗਾ ਕਿ ਆਹ ਕੰਮ ਇਸ ਤਰ੍ਹਾਂ ਕਰ ਦਿਓ। ਸ਼ਾਮਿਆਂ ਨਾਲ ਲਾਉਣਾ 12 ਕਰੋੜ ਦਾ ਬਿੱਲ ਬਣਾ ਦਿਓ, ਉਹ ਬਣਾਊਗਾ, ਕਲਰਕ ਨਹੀਂ ਬਣਾਉਂਦਾ। ਬਿੱਲ ਬਣਾਉਣਾ, ਚੈੱਕ ਤੇ ਸਾਈਨ ਕਰਾਉਣੇ ਤੇ ਉਹ ਕਰਾਊਗਾ। ਬਿੱਲ ਬਣਾ ਕੇ ਚੈੱਕ ਕੱਟ ਕੇ ਅੱਗੇ ਰੱਖੂਗਾ ਪ੍ਰਧਾਨ ਦੇ, ਉਹ ਚੀਫ ਸੈਕਟਰੀ ਦਾ ਕੰਮ ਹੈ। ਤੋ ਚੀਫ ਸੈਕਟਰੀ ਜਿਹੜਾ ਉਹ ਮੇਨ ਆ, ਮੁੱਖ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਆ, ਟੈਕਨੀਕਲ, ਤਨਖਾਹ ਲੈਂਦਾ 1.5 ਲੱਖ। ਉਹਨੂੰ ਨੋਵਾ ਗੱਡੀ ਮਿਲੀ ਆ, ਉਹਨੂੰ ਡਰਾਈਵਰ ਮਿਲਿਆ, ਉਹਨੂੰ ਸੇਵਾਦਾਰ ਮਿਲਿਆ, ਕਾਹਦੇ ਨਹੀਂ ਮਿਲਿਆ? ਜਵਾਬ ਇਹਨੂੰ ਦੇਣਾ ਪਊਗਾ, ਇਹਨੂੰ ਦੱਸਣਾ ਪਊਗਾ ਕਿ ਇਹਦੇ ਹੁਕਮ ਨਾਲ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਏ ਤੇ ਕਿੱਥੇ ਗਏ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਜ਼ਿੰਮੇਵਾਰੀ ਬਣਦੀ ਹੈ, ਬਹੁਤ ਬਣਦੀ ਹੈ। ਤੇ ਉਹਨੂੰ ਨੰਗਾ ਚਿੱਟਾ ਸਾਹਮਣੇ ਆਉਣਾ ਚਾਹੀਦਾ, ਦੱਸਣਾ ਚਾਹੀਦਾ ਕਿੱਥੇ ਕਮੀਆਂ ਨੇ, ਕਿਉਂ ਨਹੀਂ ਇਹ ਕਲੀਅਰ ਹੋ ਰਿਹਾ ਮਾਮਲਾ,
ਕਿਉਂ ਨਹੀਂ ਦੱਸ ਰਹੇ ਤੁਸੀਂ ਵੀ ਕਿੱਥੇ ਗਏ ਸਰੂਪ? ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਾਰੇ ਮਾਮਲੇ 'ਚ ਕਿੱਦਾਂ ਦੇਖਦੇ ਹੋ? ਅਕਸਰ ਉਹਨਾਂ ਦਾ ਬੜਾ ਸਾਫ਼ ਹੈ ਲੋਕਾਂ ਦੇ ਵਿੱਚ। ਜਿੱਦਾਂ ਨੌਕਰ ਨੂੰ ਅਸੀਂ ਮਾਲਕ ਦੇ ਥੱਲੇ ਕੰਮ ਕਰਦਿਆਂ ਦੇਖਦੇ ਹਾਂ, ਉੱਦਾਂ ਦੇਖ ਰਿਹਾ ਮੈਂ ਉਹਨੂੰ। ਉਹਦੀ ਕੋਈ ਸੰਤੁਸ਼ਟੀ ਵਾਲਾ ਜਵਾਬ ਦੇ ਹੀ ਨਹੀਂ। ਉਹ ਗੋਂਗਲੋਂ ਤਾਂ ਮਿੱਟੀ ਝੋੜ ਰਿਹਾ, ਚਲਾਕ ਬਣਦਾ ਆਪਣੇ ਆਪ ਨੂੰ। ਇਹ PhDਆਂ ਤੇ ਜਾਣਾ ਖਣਾ ਕਰੀ ਫਿਰਦਾ। PhD ਕਰਨ ਨਾਲ ਇਮਾਨਦਾਰੀ ਨਹੀਂ ਆਉਂਦੀ, ਕਮਿਟਮੈਂਟ ਨਹੀਂ ਹੁੰਦੀ ਗੁਰੂ ਨਾਲ। PhD ਜਿਹੜੀ ਗੁਰੂ ਨਾਲ ਕਮਿਟਮੈਂਟ ਨਹੀਂ ਕਰਾਉਂਦੀ। ਗੁਰੂ ਨਾਲ ਕਮਿਟਮੈਂਟ ਤੁਹਾਡੀ ਆਤਮਾ ਦੀ ਆ, ਅਤੇ ਜੇ ਆਤਮਾ ਰਾਸ ਨਹੀਂ, ਨੀਅਤ ਰਾਸ ਨਹੀਂ, ਤੇ ਫਿਰ ਕੁਛ ਵੀ ਥਾਂ ਸਿਰ ਤੇ ਨਹੀਂ। ਗਿਆਨੀ ਹਰਪ੍ਰੀਤ ਸਿੰਘ ਤਾਂ ਕਹਿੰਦੇ ਨੇ ਕਿ ਮੈਂ ਤਾਂ ਇਹ ਧਾਰ ਲਿਆ ਸੀ ਕਿ ਕਮੇਟੀ ਬਣਾ ਕੇ ਜਾਂਚ ਕਰਾਵਾਂਗਾ, ਜਿਹੜੇ ਦੋਸ਼ੀ ਹੋਣਗੇ ਜਾਂ ਉਹਨਾਂ ਤੇ ਕਾਰਵਾਈ ਹੋਏਗੀ ਜਾਂ ਮੈਂ ਜਾਵਾਂਗਾ ਇੱਥੋਂ। ਤੇ ਉਹ ਨਾ ਤੇ ਉਹਨੇ ਜਾਣਾ ਤੇ ਨਾ ਕਿਸੇ ਹੋਰ ਨੇ ਜਾਣਾ। ਇਹਨਾਂ ਨੇ ਜਿਹੜੇ ਕੱਢੇ ਆ ਮੁਲਾਜ਼ਮ, ਉਹਨਾਂ ਨੂੰ ਵੀ ਇਹਨਾਂ ਨੇ ਸਿੱਧਾ ਨੌਕਰੀ ਤੋਂ ਕੱਢਤਾ, ਮੁਅੱਤਲ ਕਰਤਾ। ਕਿਸੇ ਨੂੰ ਮੁਅੱਤਲ ਕੀਤਾ, ਕਿਸੇ ਨੂੰ ਜਿਹੜਾ ਬਰਖਾਸਤ ਕੀਤਾ। ਨਹੀਂ, ਜਿਹੜੇ ਮੁਅੱਤਲ ਕੀਤਾ ਜਿਨ੍ਹਾਂ ਨੂੰ, ਉਹਨਾਂ ਦਾ ਰਾਹ ਰੱਖਿਆ ਹੈ ਕਿ ਵੀ ਇਹ ਕੋਰਟ ਵੱਲੋਂ 1 ਤਰੀਕ ਤੇ ਆ ਜਾਣ ਵਾਪਸ, ਸਾਨੂੰ ਜਵਾਬਦੇਹੀ ਨਾ ਕਰਨੀ ਪਵੇ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਨੌਕਰੀ ਤੋਂ ਕੱਢਦੇ ਹੋ, ਉਹਨੂੰ ਕੋਈ ਪਹਿਲਾਂ ਸਸਪੈਂਡ ਨੋਟਿਸ ਦੇਣਾ ਪੈਂਦਾ, ਸਸਪੈਂਡ ਕਰਨਾ ਪੈਂਦਾ, ਫਿਰ ਨੋਟਿਸ ਦੇਣਾ ਪੈਂਦਾ। ਕਾਰਨ ਦੱਸੋ ਕਿਉਂ ਨਾ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਵੇ। ਉਹ ਫਿਰ ਕਾਰਨ ਦੱਸਦਾ ਹੈ। ਜਦੋਂ ਉਹਨੂੰ ਕਾਰਨ ਪੁੱਛੋ, ਉਹ ਕਾਰਨ ਦੱਸਦਾ ਹੈ। ਅਤੇ ਜੇ ਉਹ ਲਿਖ ਦਊਗਾ ਕਾਰਨ ਵੀ ਐਸ ਕਾਰਨ ਤੁਸੀਂ ਮੈਨੂੰ ਕੱਢ ਰਹੇ, ਅਤੇ ਇਹ ਤਾਂ ਫਲਾਣੇ ਦੀ ਕਰਤੂਤ ਆ, ਤਾਂ ਉਹ ਰਿਟਨ 'ਚ ਡਾਕੂਮੈਂਟ ਬਣ ਜਾਂਦਾ। ਉਹ 'ਚ ਫਿਰ ਇਹਨਾਂ ਦੇ ਗਲ 'ਚ ਫੰਦਾ ਪੈਂਦਾ। ਇਸ ਕਰਕੇ ਇਹਨਾਂ ਨੇ ਸਿੱਧੇ ਨੌਕਰੀ ਤੋਂ ਕੱਢਤੇ ਵੀ ਨਾ ਉਹ ਕਾਰਨ ਉਹਨੂੰ ਪੁੱਛੀਏ, ਤੇ ਨਾ ਉਹ ਦੱਸੇ, ਨਾ ਡਾਕੂਮੈਂਟ ਬਣੇ, ਨਾ ਸਾਡੇ ਤੇ ਗੱਲ ਆਵੇ। ਸਮਝ ਗਏ? ਬਿਲਕੁਲ। ਤੇ ਜਥੇਦਾਰ ਸਾਹਿਬ ਜਿਹੜੇ ਨੇ ਉਹ ਲਗਾਤਾਰ ਮੰਚ ਤੋਂ ਇਹ ਗੱਲ ਕਹਿੰਦੇ ਨੇ ਕਿ SGPC ਨੂੰ ਜਿਹੜਾ ਉਹਦਾ ਅਕਸ ਜਿਹੜਾ ਉਹ ਉੱਦਾਂ ਹੀ ਲੋਕਾਂ ਸੰਗਤਾਂ ਦੇ ਵਿੱਚ ਬਣਿਆ ਰਵੇ। ਜੇਕਰ ਕੋਈ ਕੱਲ ਨੂੰ, ਜਿਵੇਂ ਤੁਸੀਂ ਸੰਘਰਸ਼ ਵਿੱਢਿਆ ਕਿ SGPC ਮੁਕਤ ਹੋਣੀ ਚਾਹੀਦੀ ਹੈ, ਤੁਸੀਂ ਬਾਦਲਾਂ ਤੇ ਇਲਜ਼ਾਮ ਲਾਉਂਦੇ ਹੋ, ਤੁਸੀਂ ਮੌਜੂਦਾ ਜਿਹੜੀ ਕਮੇਟੀ ਹੈ ਉਹ ਤੇ ਇਲਜ਼ਾਮ ਲਾਉਂਦੇ ਹੋ। ਉਹ ਕਹਿੰਦੇ ਨੇ ਕਿ ਜੇ ਕੁਰਸੀ ਹੀ ਨਹੀਂ ਰਹੂਗੀ, ਜੇ ਕੁਰਸੀ ਨੂੰ ਤੁਸੀਂ ਬਦਨਾਮ ਕਰੀ ਜਾਓਗੇ, ਉਹਦੀਆਂ ਟੰਗਾਂ ਖਿੱਚੀ ਜਾਓ, ਕਿੱਦਾਂ ਕੱਲ ਨੂੰ ਤੁਸੀਂ ਵੀ ਉਸ ਕੁਰਸੀ ਤੇ ਆਉਣਾ? ਜਿਹੜਾ ਕੁਰਸੀ ਤੇ ਬੈਠਾ ਟੰਗਾਂ ਤੇ ਆਪ ਵੱਢਣ ਡਿਆ ਉਹਦੀਆਂ। ਪਬਲਿਕ ਤਾਂ ਨਹੀਂ ਵੱਢਣ ਡਈ, ਜਾਂ ਅਸੀਂ ਤਾਂ ਨਹੀਂ ਵੱਢਣ ਡਏ। ਪ੍ਰਬੰਧਕ ਕਮੇਟੀ ਇਹਨਾਂ ਕੋਲ ਆ, ਅਕਾਲ ਤਖਤ ਇਹਨਾਂ ਕੋਲ ਆ, ਤੇ ਉਹਦਾ ਨੁਕਸਾਨ ਕਿਵੇਂ ਕੋ ਕਰ ਸਕਦਾ ਦੂਸਰਾ? ਅਕਾਲ ਤਖਤ ਤੇ ਬੈਠਾ ਹੀ ਬੰਦਾ ਨੁਕਸਾਨ ਕਰਨ ਡਿਆ। ਜਿਹੜੇ ਇਹ ਚਲਾਕ ਬਣਦੇ ਨੇ ਨਾ ਆਪਣੇ ਆਪ ਨੂੰ, ਕਿ ਲੋਕ ਸਾਨੂੰ ਕਹਿ ਰਹੇ ਕਰਤਾਰ ਕੁਸ਼ੀ ਕਰ ਰਹੇ, ਫਲਾਨਾ ਕਰ ਰਹੇ। ਜਦੋਂ ਤੁਸੀਂ ਤਖਤ ਤੇ ਬੈਠ ਕੇ ਝੂਠ ਬੋਲੋਗੇ ਤਾਂ ਤਖਤ ਦੇ ਪੱਲੇ ਕੀ ਰਹੂਗਾ? ਤੁਸੀਂ ਤਖਤ ਤੋਂ ਖੜੇ ਹੋ ਕੇ, ਇਸੇ ਹਰਪ੍ਰੀਤ ਨੇ ਕਿਹਾ ਕਿ 267 ਸਰੂਪ ਗਾਇਬ ਨਹੀਂ ਹੋਏ, ਉਹ ਪੂਰੇ ਸਨ। ਇਹ ਦੱਸੇ ਹੁਣ ਇਹ ਕਿਹੜੀ ਜ਼ਬਾਨ 'ਚ ਉਹਨੇ ਕਿਹਾ ਸੀ, ਤੇ ਅੱਜ ਕੀ ਕਹਿਣਾ ਚਾਹੁੰਦਾ ਉਹ? ਤਾਂ ਫਿਰ ਤਖਤ ਜਿਹੜਾ ਉਹ ਖਤਰੇ 'ਚ ਕਿੱਥੋਂ ਆ? ਜਦੋਂ ਤਖਤ ਤੇ ਬੈਠੇ ਗ੍ਰੰਥੀ ਬਾਦਲ ਨਿਗੁਰੇ ਦਾ ਹੁਕਮ ਮੰਨ ਕੇ ਰਾਮ ਰਹੀਮ ਨੂੰ ਘਰ ਆ ਕੇ ਸਾਈਨ ਕਰਕੇ ਦੇਣਗੇ, ਕਲੀਨ ਚਿੱਟ ਦੇਣਗੇ, ਤਖਤ ਦਾ ਨੁਕਸਾਨ ਉਦੋਂ ਆ। ਲੋਕ ਨਹੀਂ ਕਰ ਰਹੇ। ਲੋਕਾਂ ਨੇ ਤਾਂ ਰਾਹ ਰੋਕੇ, ਸੜਕਾਂ ਤੇ ਚਲੇ ਗਏ, ਮੁਜ਼ਾਹਰੇ ਕੀਤੇ। ਫਿਰ ਇਹਨਾਂ ਨੂੰ ਮਜਬੂਰੀ ਬਣੀ ਇਹਨਾਂ ਦੀ ਕਿ ਉਹੀ ਗਿਆਨੀ ਵਾਪਸ ਲੈ ਰਹੇ ਆ ਹੁਕਮਨਾਮਾ। ਤਾਂ ਤਖਤ ਦਾ ਨੁਕਸਾਨ ਇਹ ਗ੍ਰੰਥੀ ਕਰ ਰਹੇ ਕਿ ਆਮ ਲੋਕ ਕਰ ਰਹੇ ਜਾਂ ਅਸੀਂ ਕਰ ਰਹੇ? ਇਹਨੂੰ ਸਮਝ ਲੈਣਾ ਚਾਹੀਦਾ। ਲੋਕ ਬੁੱਧੂ ਨਹੀਂ ਗਏ, ਲੋਕ ਸਭ ਕੁਝ ਜਾਣਦੇ ਆ। ਇਹ ਜਿਹੜੀਆਂ ਤੂੰ PhDਆਂ ਕੀਤੀਆਂ ਨੇ, ਇਹ ਜਾਣਾ ਖਣਾ ਕਰੀ ਫਿਰਦਾ। ਇਹਦੇ ਨਾਲ ਨਾ ਤੇ ਲਿਆਕਤ ਆਉਂਦੀ ਹੈ ਕੋਈ, ਤੇ ਨਾ ਹੀ ਇਹਦੇ ਨਾਲ ਗੁਰੂ ਨਾਲ ਕਮਿਟਮੈਂਟ ਬਣਦੀ ਹੈ, ਨਾ ਹੀ ਬੰਦਾ ਸੱਚ ਬੋਲਦਾ। ਜਥੇਦਾਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਾਰਜਕਾਰੀ ਜਥੇਦਾਰ ਤੇ ਸਵਾਲ ਉਠਾ ਰਹੇ ਹੋ, ਤੁਸੀਂ ਦੇਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਫੈਸਲੇ ਲਏ ਗਏ ਢੱਡਰੀਆਂ ਵਾਲੇ ਦੇ ਮਸਲੇ ਨੂੰ ਲੈ ਕੇ, ਤੁਸੀਂ ਵੀ ਸੁਣਿਆ ਹੋਣਾ ਕਿ ਕਿਸ ਤਰ੍ਹਾਂ ਦੇ ਫੈਸਲੇ, ਉਹ ਵੀ ਇਦਾਂ ਹੀ ਜਿਹੜਾ ਚੈਲੰਜ ਕਰਦੇ ਨੇ ਕਿ ਜਥੇਦਾਰ ਸਹੀ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਤੇ ਮੈਂ ਪੇਸ਼ ਹੋਣ ਨੂੰ ਤਿਆਰ ਹਾਂ, ਮੈਂ ਉੱਥੇ ਮੱਥਾ ਟੇਕਾਂਗਾ, ਮੈਂ ਜਾਵਾਂਗਾ, ਉੱਥੇ ਹਾਜ਼ਰੀ ਵੀ ਭਰਾਂਗਾ, ਪਰ ਮੈਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹਰਪ੍ਰੀਤ ਸਿੰਘ ਨੇ ਜਾਂ ਜਿਹੜਾ ਵੀ ਉੱਥੇ ਜਥੇਦਾਰ, ਮੈਂ ਉਹਦੇ ਅੱਗੇ ਪੇਸ਼ ਨਹੀਂ ਹੋਣਾ। ਫਿਰ ਤਾਂ ਗੱਲ ਉਹੀ ਆ ਗਈ ਨਾ ਕਿ ਤੁਸੀਂ ਵੀ ਉਂਗਲ ਚੁੱਕਦੇ ਹੋ, ਉਹ ਵੀ ਉਂਗਲ ਚੁੱਕਦੇ ਨੇ। ਫਰਕ ਕੀ ਹੈ ਇੱਥੇ? ਉਂਗਲ ਤਾਂ ਚੁੱਕੀ ਜਾਂਦੀ ਜੇ ਉਂਗਲ ਚੁੱਕਣ ਨੂੰ ਥਾਂ ਹੋਵੇ, ਤੇ ਐਵੇਂ ਉਂਗਲ ਕੋ ਚੁੱਕਦਾ ਨਹੀਂ। ਇਹ ਹੁਣ ਜਥੇਦਾਰ ਦੇ ਵਿੱਚ ਹਿੰਮਤ ਆ, ਉਹਦੀਆਂ ਲੱਤਾਂ ਭਾਰ ਝੱਲਦੀਆਂ, ਤੇ ਇਹਨੂੰ ਜਵਾਬ ਦੇਵੇ ਕੀ ਕਹਿ ਰਿਹਾ ਹੈ। ਜੇ ਉਹ ਜਥੇਦਾਰ ਆ ਤੇ ਉਹ ਜਵਾਬ ਦੇਵੇ ਉਹਨੂੰ। ਇੱਥੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਵਾਬ ਦੇ ਸਕਿਆ ਅਕਾਲ ਤਖਤ ਦੇ ਜਥੇਦਾਰ ਨੂੰ, ਰਾਸ਼ਟਰਪਤੀ ਨਹੀਂ ਕੋਈ ਦੇ ਸਕਿਆ, ਹੋਮ ਮਿਨਿਸਟਰ ਨਹੀਂ ਦੇ ਸਕਿਆ, CM ਨਹੀਂ ਦੇ ਸਕਿਆ। ਵੱਡੇ ਇੱਥੇ ਆਏ ਤੇ ਚਲੇ ਗਏ। ਅਕਾਲ ਤਖਤ ਜਿਹੜਾ ਕਿਸੇ ਅੱਗੇ ਝੁਕਿਆ ਨਹੀਂ।
ਤਾਂ ਅੱਜ ਨਮੋਸ਼ੀ ਆ ਸਿੱਖ ਪੰਥ ਦੇ ਵਿੱਚ। ਅਕਾਲ ਤਖਤ ਜਿਹੜਾ ਉਹਦੀ ਮਿੱਟੀ ਪਲੀਤ ਹੋ ਰਹੀ ਆ, ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਅਸੀਂ? ਇਹ ਤਖਤ ਤੇ ਬੈਠਾ ਗਿਆਨੀ ਜ਼ਿੰਮੇਵਾਰ ਹੈ। ਇਹ ਦੱਸੇ ਇਹ ਤੇ ਕੀ ਮਰਿਆਦਾ ਲਾਗੂ ਕਰਕੇ ਇਹਨੂੰ ਇਹਦੇ ਨਾਲ ਕਾਰਵਾਈ ਕੀਤੀ ਹੈ? ਇਹ ਕਿਹੜੇ ਪੰਥ ਦੀ ਮਰਿਆਦਾ? ਇਹ ਕਿਹੜੇ ਅਕਾਲ ਤਖਤ ਦੀ ਮਰਿਆਦਾ? ਮੈਂ ਜੀ ਟੀਮ ਬਣਾ ਕੇ ਉੱਥੇ ਭੇਜੀ, ਉਹ ਦੁੱਖ ਨਿਵਾਰਨ ਆ ਜਾਓ, ਉਹ ਕਹਿੰਦੇ ਮੈਂ ਨਹੀਂ ਆਉਣਾ। ਫਿਰ ਮੈਂ ਕਿਹਾ ਜੀ ਅਸੀਂ ਹੋਰ ਤੁਹਾਡੇ ਕੋਲ ਅੱਗੇ ਆ ਜਾਂਦੇ, ਫਿਰ ਕਿਹਾ ਮੈਂ ਨਹੀਂ ਆਉਣਾ ਜੀ, ਇਹ ਤੁਹਾਡਾ ਬੰਦਾ। ਫਿਰ ਮੈਂ ਕਿਹਾ ਬੰਦਾ ਬਦਲਦੇ ਨੇ। ਇਹ ਜਥੇਦਾਰ ਅਕਾਲ ਤਖਤ ਦੀਆਂ ਕਾਰਵਾਈਆਂ, ਇਹ ਬਾਰਗੇਨਿੰਗ ਕਿਉਂ? ਜਥੇਦਾਰ ਅਕਾਲ ਤਖਤ ਨੇ ਕਦੀ ਇੱਦਾਂ ਦੇ ਸੌਦੇ ਕੀਤੇ ਆ? ਕਮੇਟੀਆਂ ਬਣਾਈਆਂ ਕਦੀ? ਅਸੀਂ ਦਿੱਲੀ ਦਾ ਬਾਦਲ ਦਾ ਪੁੱਤ ਬਣਿਆ ਸੀ, ਉਹ ਤੋਂ 1500 ਕਰੋੜ ਰੁਪਏ ਦੀ ਜਾਇਦਾਦ ਲਈ ਆ, ਜਿਹਦਾ ਹਾਈ ਕੋਰਟ 'ਚ ਕੇਸ ਸੀ। ਉਹ 15 ਕਰੋੜ ਦੀ ਸਕੂਲ ਆ, ਉਹ ਜਿਹੜਾ ਪ੍ਰਬੰਧਕ ਕਮੇਟੀ ਦਾ ਲੈ ਗਿਆ ਸੀ, ਉਹਦੇ ਲਈ ਕੋਈ ਕਮੇਟੀ ਬਣਾਈ? ਅਸੀਂ ਲੈ ਕੇ ਦਿਖਾਇਆ। ਅੱਜ ਗੁਰੂ ਘਰ ਦੀ ਉਹ ਜ਼ਮੀਨ ਹੈ, ਗੁਰੂ ਘਰ ਦੀ ਜਾਇਦਾਦ ਹੈ, ਉਹ ਤੋਂ ਵਾਪਸ ਲਈ ਹੈ, ਅਕਾਲ ਤਖਤ ਦੀ ਕਿਰਪਾ ਨਾਲ ਲਈ ਹੈ। ਅਕਾਲ ਤਖਤ, ਉਹਦਾ ਸੰਵਿਧਾਨ, ਉਹਦੀ ਮਰਿਆਦਾ 'ਚ ਕੋਈ ਕਮੀ ਨਹੀਂ। ਮਰਿਆਦਾ ਤੇ ਇਹਨਾਂ ਨਕਲੀ ਗ੍ਰੰਥੀਆਂ 'ਚ, ਨਕਲੀ ਜਥੇਦਾਰਾਂ 'ਚ, ਬਾਦਲ ਦੇ ਟੋਡੀਆਂ 'ਚ, ਬਾਦਲ ਦੀ ਟੁਕੜੀ ਖਾਣ ਵਾਲਿਆਂ 'ਚ ਤੇ ਉਹਦਾ ਗੁਣ ਗਾਉਣ ਵਾਲਿਆਂ 'ਚ ਕਮੀ ਆ। ਜਥੇਦਾਰ ਹੋਵੇ ਤੇ ਇਹ ਕੋਈ ਅੱਗੋਂ ਬੋਲ ਜਾਵੇ ਇਸ ਤਰ੍ਹਾਂ? ਇਹ ਕਿਵੇਂ ਹੋ ਸਕਦਾ? ਤੁਸੀਂ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ ਕਿੱਦਾਂ ਮੰਨਦੇ ਹੋ? ਸਹੀ ਨੇ ਜਾਂ ਗਲਤ ਨੇ? ਨਾ ਇਹਨੂੰ ਮੰਨਦਾ ਤੇ ਨਾ ਮੈਂ ਉਹਨੂੰ ਮੰਨਦਾ। ਇਹਨਾਂ ਨੂੰ ਮੰਨਿਆ ਜਾਂ ਨਾ ਮੰਨਿਆ ਫਰਕ ਹੀ ਪੈਣਾ। ਇਹ ਕੌਮ ਲਈ ਲੜ ਰਹੇ ਨੇ, ਇਹਨਾਂ ਨਾਲ ਕੌਮ ਦਾ ਕੁਛ ਸੌਰ ਜਾਣਾ। ਇਹਨਾਂ ਨੂੰ ਮਾਨਤਾ ਨਾ ਹੀ ਮਾਨਤਾ ਦਿੰਦੇ, ਨਾ ਇਹਨਾਂ ਨੂੰ ਅਸੀਂ ਗਿਣਤੀ ਨਹੀਂ ਕਰਦੇ ਇਹਨਾਂ ਦੀ ਕਿਸੇ ਚੀਜ਼ ਤੋਂ। ਇਹ ਜੋ ਕੁਛ ਵੀ ਹੋ ਰਿਹਾ ਇੱਕ ਤਮਾਸ਼ਾ ਬਣ ਗਿਆ ਸਾਡੀ ਕੌਮ ਦੇ ਵਿੱਚ। ਅਕਾਲ ਤਖਤ ਤੇ ਇੱਕ ਉਹਦੀ ਮਰਿਆਦਾ ਤੇ ਬਣ ਗਿਆ ਇਹਨਾਂ ਗ੍ਰੰਥੀਆਂ ਦੀ ਵਜ੍ਹਾ ਨਾਲ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਕਾਲ ਪੁਰਖ ਦਾ ਤਖਤ ਦਿੱਤਾ ਸੀ ਸਾਨੂੰ, ਜਿਹਦੇ ਸਾਹਮਣੇ ਮੁਗਲ ਨਹੀਂ ਸੀ ਬੋਲੇ, ਫਰਕਸ਼ੀਅਰ ਬਾਦਸ਼ਾਹ ਨਹੀਂ ਸੀ ਬੋਲਿਆ। ਜਿੰਨੇ ਵੀ ਮੁਗਲਾਂ ਦਾ 7 ਸਦੀਆਂ ਦੀ ਉਹਦਾ ਗੁਲਾਮ ਰਿਹਾ ਹਿੰਦੁਸਤਾਨ, ਤੇ ਉਹਦੇ ਵਿੱਚ ਜੱਦੋ ਜਹਿਦ 300 ਸਾਲ ਦੀ, 240 ਸਾਲ ਦੀ ਗੁਰੂ ਸਾਹਿਬਾਨ ਦੀ। ਤੋ ਗੁਰੂ ਸਾਹਿਬ ਜੀ ਦਾ ਤਖਤ ਤੇ ਉਦੋਂ ਦੇ ਗੁੰਬਦ ਬਣੇ ਹੋਏ ਆ, ਕਿਸੇ ਮੁਗਲ ਦੀ ਹਿੰਮਤ ਨਹੀਂ ਪਈ ਢਾਹ ਦੇਣ ਦੀ। ਨਿਸ਼ਾਨ ਸਾਹਿਬ ਉਦੋਂ ਦੇ ਲੱਗੇ ਹੋਏ ਆ। ਪਰ ਭਾਈ ਰਣਜੀਤ ਸਿੰਘ ਤਾਂ ਆਪਣੇ ਆਪ ਨੂੰ ਸਹੀ ਸਾਬਤ ਕਰ ਰਹੇ ਨੇ ਨਾ। ਉਹ ਕਹਿੰਦੇ ਮੈਂ ਸਹੀ ਹਾਂ। ਜਿਹੜੀਆਂ ਗੱਲਾਂ ਜਥੇਦਾਰ ਸਾਹਿਬ ਤੁਸੀਂ ਕਰ ਰਹੇ ਹੋ ਨਾ, ਕਿ ਬਾਦਲਾਂ ਨੇ ਘਰੇ ਬੁਲਾ ਕੇ ਜਥੇਦਾਰਾਂ ਤੋਂ ਮਾਫੀ ਦਵਾਤੀ ਰਾਮ ਰਹੀਮ ਨੂੰ, ਉਹੀ ਗੱਲਾਂ ਉਹ ਕਰਦੇ ਨੇ। ਸਭ ਕਰਦਾ ਰਵੇ ਤੇ ਉਹ ਉਹਦਾ ਜਵਾਬ ਦੇਵੇ, ਉਹ 'ਚ ਅਸੀਂ ਕੀ ਲੈਣਾ ਦੇਣਾ? ਅਸੀਂ ਤਾਂ ਗੱਲ ਕਰਾਂਗੇ ਅਕਾਲ ਤਖਤ ਤੋਂ ਕੋਈ ਮਰਿਆਦਾ ਨਿਭੀ ਹੋ ਤੇ, ਅਕਾਲ ਤਖਤ ਦੀ ਮਰਿਆਦਾ ਨੂੰ ਕਿਤੇ ਆਂਚ ਆਈ ਹੋ ਤੇ, ਅਕਾਲ ਤਖਤ ਦੀ ਵਜ੍ਹਾ ਨਾਲ, ਇਹ ਤੇ ਗਿਆਨੀਆਂ ਦੀ ਵਜ੍ਹਾ ਨਾਲ ਅਕਾਲ ਤਖਤ ਰੁਲਦਾ ਪਿਆ। ਇਹ PhD ਕਰਕੇ ਜਿਹੜੇ ਅੱਜ ਹੁਕਮ ਚਲਾਉਣ ਡੇ ਨਾ, ਨਵੀਨੀਕਰਨ ਕਰ ਰਹੇ ਸਿਧਾਂਤ ਦਾ, ਉਹਨਾਂ ਦੀ ਵਜ੍ਹਾ ਨਾਲ ਅੱਜ ਨਮੋਸ਼ੀ ਆ ਸੰਗਤ ਦੇ ਵਿੱਚ। ਤੁਸੀਂ ਕੀ ਮੰਨਦੇ ਹੋ ਕਿ ਢੱਡਰੀ ਵਾਲੇ ਤੇ ਕਿਸ ਤਰ੍ਹਾਂ ਦੀ ਕਾਰਵਾਈ? ਉਹ ਤਾਂ ਅੱਗੇ ਕਹਿੰਦੇ ਨੇ ਕਿ ਮੈਨੂੰ ਪੰਥ ਚੋਂ ਛੇਕ ਦੇਣ। ਨਹੀਂ ਮੰਨਦਾ, ਨਾ ਮੇਰੇ ਕੋਲ ਪਤਾ ਆ। ਇਹ ਤੇ ਉਹਨੂੰ ਜਿਹਦੇ ਕੋਲ ਕੇਸ ਗਿਆ ਉਹਨੂੰ ਪਤਾ ਹੋਊ। ਨਹੀਂ, ਢੱਡਰੀ ਵਾਲੇ ਤਾਂ ਅੱਗੇ ਹੀ ਕਹਿੰਦੇ ਨੇ ਕਿ ਇਹਨਾਂ ਨੇ ਮੈਨੂੰ ਪੰਥ ਚੋਂ ਛੇਕ ਦੇਣਾ, ਇੱਕੋ ਹੀ ਰਾਹ। ਢੱਡਰੀਆਂ ਵਾਲਾ ਰੱਬ ਆ ਕੋਈ? ਢੱਡਰੀਆਂ ਵਾਲਾ ਕਹਿੰਦਾ ਰਿਹਾ ਜੋ ਕਹਿੰਦਾ। ਢੱਡਰੀਆਂ ਵਾਲੇ ਤੋਂ ਮੈਂ ਕੀ ਲੈਣਾ ਦੇਣਾ? ਢੱਡਰੀਆਂ ਵਾਲਾ ਜੇ ਜਿਹਦੇ ਨਾਲ ਪੱਲਾ ਪਿਆ ਉਹਦੇ ਨਾਲ ਗੱਲ ਕਰੇ। ਹਰਪ੍ਰੀਤ ਇਹਨੂੰ ਜਵਾਬ ਦੇਵੇ, ਜੇ ਉਹ ਜਥੇਦਾਰ ਆ ਅਕਾਲ ਤਖਤ ਦਾ ਤੇ ਇਹਨੂੰ ਜਵਾਬ ਦੇਵੇ। ਅਸੀਂ ਇਹਨੂੰ ਕਿਉਂ ਜਵਾਬ ਦਈਏ? ਇਹ ਸਾਰੇ ਘਟਨਾਕ੍ਰਮ ਦੇਖੋ, ਢੱਡਰੀ ਵਾਲਾ ਦਾ ਜਦੋਂ ਜਿੰਨਾ ਵੀ ਵਿਵਾਦ ਚੱਲ ਰਿਹਾ, ਇਹ ਦਮਦਮੀ ਟਕਸਾਲ ਤੋਂ ਸੀਗਾ। ਕੀ ਆ ਦਮਦਮੀ ਟਕਸਾਲ, ਢੱਡਰੀਆਂ ਵਾਲਾ ਕੀ? ਇਹ ਮਸਲਾ ਕੀ ਆ? ਇਹਦੇ ਵਿੱਚ ਸਾਡੀ ਕੌਮ ਦਾ ਕੀ ਲਾਭ ਆ? ਨੁਕਸਾਨ ਤਾਂ ਹੋ ਰਿਹਾ ਨਾ ਜਥੇਦਾਰ ਸਾਹਿਬ, ਮੰਨਦੇ ਹੋ? ਦੇਖੋ ਕੌਮ ਜਿਹੜੀ ਹੈ ਦਫਾੜ ਹੋਈ ਹੈ, ਕੋਈ ਉਧਰਲੇ ਪਾਸੇ ਕੋਈ ਇੱਧਰਲੇ ਪਾਸੇ ਹੋਈ। ਇਹ ਆਪ ਫਟੇ ਹੋਏ ਨੇ। ਕੌਮ ਕਿਉਂ ਦਫਾੜ ਹੋਊਗੀ? ਕੌਮ ਦੀ ਕੀ ਪ੍ਰੋਬਲਮ ਆ? ਇਹ ਗੋਲੀਆਂ ਮਾਰਨ ਵਾਲਾ ਕੋਈ, ਖਾਣ ਵਾਲਾ ਕੋਈ, ਸੰਗਤ ਤੇ ਆਪਣੀ ਥਾਂ ਤੇ ਆ। ਜਿਹੋ ਜਿਹਾ ਕੋਈ ਕਰੂਗਾ ਉਹੋ ਜਿਹਾ ਭਰੂਗਾ। ਜੇ ਕੋਈ ਮਾਰਨ ਵਾਲਾ ਜਾਂ ਕੋਈ ਖਾਣ ਵਾਲਾ ਉਹ ਜਾਣਨ ਕੌਮ, ਇਹ ਤਾਂ ਨਾ ਦੋ ਫਾੜ ਕਿੱਥੋਂ ਹੋ ਗਈ? ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਕਾਬਲੇ ਤੇ ਢੱਡਰੀਆਂ ਵਾਲਾ ਕਿਵੇਂ ਆ ਗਿਆ? ਦੋ ਫਾੜ ਕਿਵੇਂ ਹੋ ਗਈ ਕੌਮ? ਤੋ ਇਹ ਤੁਹਾਡੀਆਂ ਜਿਹੜੀਆਂ ਮੀਡੀਆ ਦੀਆਂ ਗੱਲਾਂ ਨੇ, ਇਹਨਾਂ ਦੇ ਵਿੱਚ ਕੋਈ ਤੱਤ ਨਹੀਂ ਗਾ, ਉਹ ਜਾਣ ਨਹੀਂ ਗਏ। ਤੇ ਸਾਡੀ ਪ੍ਰੋਬਲਮ ਆ, ਸਾਨੂੰ ਇਹ ਸਾਡੇ ਕੰਨ ਪੱਕ ਗਏ ਸੁਣ ਕੇ ਇਹ ਜਿਹੜੇ ਜਥੇਦਾਰਾਂ ਦੀਆਂ ਬੇਵਕੂਫੀਆਂ, ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਜਣਾ ਖਣਾ ਅਕਾਲ ਤਖਤ ਵੱਲ ਉਂਗਲ ਕਰ ਰਿਹਾ ਹੈ। ਇਹ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਇੱਕ ਨਰੈਣੂ ਮਹੰਤ ਦਾ ਵਾਰਸ ਇਹੋ ਜਿਹਾ ਸੰਗਲ ਪਾ ਕੇ ਬੈਠਾ ਸਾਡੀ ਕੌਮ ਨੂੰ। ਅਕਾਲ ਤਖਤ ਉਹਦੇ ਥੱਲੇ, ਕਮੇਟੀ ਉਹਦੇ ਥੱਲੇ, ਅਕਾਲੀ ਦਲ ਉਹਦੇ ਥੱਲੇ, ਰਾਜ ਸਭਾ ਉਹਦੇ ਥੱਲੇ, ਵਿਧਾਨ ਸਭਾ ਉਹਦੇ ਥੱਲੇ, ਲੋਕ ਸਭਾ ਉਹਦੇ ਥੱਲੇ, ਤੇ ਉਹ ਅੱਜ ਉਹਦੇ ਮੂੰਹ 'ਚ ਘੁੰਗਣੀਆਂ ਪਈਆਂ, ਉਹ ਬੋਲਦਾ ਹੀ ਨਹੀਂ।
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੱਭਣ ਨਾਲ ਜਵਾਬ ਤੇ ਇਹ ਨਹੀਂਗਾ, ਇਹ ਸਿਰਫ ਜਥੇਦਾਰ ਥਾਪਣ ਨੂੰ ਆ, ਕਮੇਟੀ ਦੀ ਤਰ੍ਹਾਂ ਬਦਲਣ ਨੂੰ ਆ, ਇਹ ਪ੍ਰਧਾਨ ਲਾਟਰੀ ਚੋਂ ਕੱਢ ਕੇ ਲਿਆਉਣ ਨੂੰ ਆ, ਲੋਕ ਤਾਂ ਇਹ ਵੀ ਵੇਚਣ ਨੂੰ ਆ, ਇਹ ਪਰਿਵਾਰ ਪਾਲਣ ਲਈ ਆ। ਕੌਮ ਨੇ ਇਹਨੂੰ ਕੀ ਨਹੀਂ ਦਿੱਤਾ, ਕੌਮ ਨੇ ਇਹਨੂੰ ਬਾਦਸ਼ਾਹੀ ਦਿੱਤੀ, ਇਹਨੇ ਕੌਮ ਨੇ ਮਿੱਟੀ ਰੋਲ ਕੇ ਰੱਖ ਦਿੱਤੀ। ਅੱਜ ਅਕਾਲੀ ਦਲ ਮੁੱਦੇ ਮੂੰਹ ਪਿਆ, ਮਿੱਟੀ 'ਚ ਰੁਲਦਾ ਪਿਆ ਤੇ ਆਪ ਘਰ ਖਾਮੋਸ਼ ਬੈਠਾ। ਉਧਰ ਡਾਕਟਰ ਰੂਪ ਸਿੰਘ ਕਹਿੰਦਾ ਮੈਂ ਇਕਾਂਤਵਾਸ 'ਚ, ਉਧਰ ਇਹ ਕਹਿੰਦਾ ਮੈਂ ਇਕਾਂਤਵਾਸ 'ਚ। ਤੇ ਕੌਮ ਨੂੰ ਇਹਦੇ ਨਾਲ ਕੀ ਲੈਣਾ ਦੇਣਾ? ਕੌਮ ਨੂੰ ਤੇ ਕੌਮ ਨੇ ਜਿਹੜਾ ਅਕਾਲੀ ਦਲ ਤੇ ਯਕੀਨ ਕੀਤਾ, ਉਹ ਅਕਾਲੀ ਦਲ ਤੇ ਕਬਜ਼ਾ ਕਰਕੇ ਟੱਬਰ ਸਾਡੀ ਮਿੱਟੀ ਰੋਲ ਗਿਆ। ਅੱਜ ਜਵਾਬਦੇਹ ਆ ਤੇ ਬਾਦਲ ਆ, ਜਵਾਬਦੇਹ ਆ ਤੇ ਪ੍ਰਬੰਧਕ ਕਮੇਟੀ ਦੇ ਹੁਕਮਰਾਨ ਨੇ। ਇਹ ਚੀਫ ਸੈਕਟਰੀ ਅੱਜ ਜਿੰਨੇ ਮਰਜ਼ੀ ਨੋਟ ਦਿੰਦਾ ਫਿਰ ਮੈਂ ਇਕਾਂਤਵਾਸ 'ਚ ਆ, ਮੈਂ ਫਲਾਣੇ 'ਚ ਆ, ਮੈਂ ਢੀਂਗੜੇ 'ਚ ਆ। ਜਿੱਦਣ ਇਹ ਗਿਆ ਉਦਣ ਵੀ ਬਿਮਾਰੀ ਸੀ, ਜਦੋਂ ਆਇਆ ਉਦੋਂ ਵੀ ਬਿਮਾਰੀ ਸੀ। ਆ ਕਿਸ ਤਰ੍ਹਾਂ ਗਿਆ, ਚਲੇ ਕਿਸ ਤਰ੍ਹਾਂ ਗਿਆ, ਇਹਨੂੰ ਰਾਹ 'ਚ ਕਿਉਂ ਨਾ ਰੋਕਿਆ ਕਿਸੇ ਨੇ? ਤਮਾਮ ਸਵਾਲ ਨੇ ਇਹਦੇ ਵਿਚਾਲੇ। ਆਪਾਂ ਹੋਰ ਵੀ ਬੜੇ ਮਸਲੇ ਨੇ। ਸ਼੍ਰੋਮਣੀ ਕਮੇਟੀ ਨੂੰ ਤੁਸੀਂ ਕਹਿੰਦੇ ਹੋ ਕਿ ਬਾਦਲਾਂ ਤੋਂ ਮੁਕਤ ਹੋਣੀ ਚਾਹੀਦੀ ਹੈ, ਪਰ ਦੂਜੇ ਪਾਸੇ ਸਿੱਖ ਪੰਥ ਜਦੋਂ ਬਾਕੀਆਂ ਦੇ ਨਾਲ ਤੁਰਦਾ, ਜੇ ਆਪਾਂ ਜਥੇਦਾਰ ਧਿਆਨ ਸਿੰਘ ਮੰਡ ਹੋਣਾ ਨੂੰ ਦੇਖੀਏ, ਜਥੇਦਾਰ ਦਾਦੂਵਾਲ ਨੂੰ ਦੇਖੀਏ, ਹਾਲਾਂਕਿ ਹੁਣ ਉਹ ਅਸਤੀਫਾ ਦੇ ਚੁੱਕੇ ਨੇ, ਸ਼੍ਰੋਮਣੀ ਕਮੇਟੀ ਉੱਧਰ ਹਰਿਆਣਾ ਦੇ ਵਿੱਚ ਜਿਹੜੀ ਆ ਉਹਦੇ ਪ੍ਰਧਾਨ ਬਣ ਗਏ ਨੇ। ਇਹਨਾਂ ਮਸਲਿਆਂ ਨੂੰ ਦੇਖੋ, ਇਹ ਜਥੇਦਾਰ ਸਾਹਿਬ ਇਹ ਵੀ ਪੰਥ ਦੇ ਮਸਲੇ ਨੇ। ਲੋਕ ਕਹਿੰਦੇ ਨੇ ਕਿ ਅਸੀਂ ਤੁਹਾਡੇ ਪਿੱਛੇ ਆ ਜਾਂਦੇ ਹਾਂ, ਅਸੀਂ ਜਥੇਦਾਰ ਸਾਹਿਬ ਦੀ ਵੀ ਮੰਨ ਲੈਂਦੇ ਹਾਂ, ਪਰ ਇਹਨਾਂ ਦਾ ਕੀ ਕੀਤਾ ਜਾਏ ਕਿ ਇਹ ਜਿਹੜੇ ਸੰਘਰਸ਼ ਕੀਤਾ ਇਹਨਾਂ ਦਾ ਕੀ? ਤੁਸੀਂ ਨਾ ਕਰੋ, ਇਹ ਸਿੱਖ ਆਪੇ ਕਰਨਗੇ। ਸਿੱਖਾਂ ਨੂੰ ਪਤਾ ਹੈ ਕੌਣ ਕਿੱਥੇ ਖੜਾ, ਉਹ ਆਪੇ ਕਰਨਗੇ। ਤੁਸੀਂ ਆ ਜਿਹੜਾ ਬਾਦਲ ਦਾ ਜੂੜਾ ਇਹ ਲੈਣ ਦਿਓ ਮਗਰੋਂ। ਐਸਜੀਪੀਸੀ ਨੂੰ ਤੁਸੀਂ ਕੀ ਮੰਨਦੇ ਹੋ ਕਿ ਕਿੱਦਾਂ ਮੁਕਤ ਕਰਾ ਸਕਦੇ ਹੋ? ਦੇਖੋ ਨਾ ਚੋਣਾਂ ਹੋ ਰਹੀਆਂ, ਨਾ ਕੋਈ ਫੈਸਲਾ ਇਹੋ ਜਿਹਾ ਆ ਰਿਹਾ ਕਿ ਚੋਣਾਂ ਹੋ ਜਾਣ। ਤੇ ਛੱਡ ਦਈਏ, ਅਸੀਂ ਬਾਦਲ ਨੂੰ ਛੱਡ ਦਈਏ, ਇਹ ਬਾਦਲ ਨੂੰ ਮੱਥਾ ਟੇਕ ਦਈਏ ਕਿ ਤੈਨੂੰ ਸੌਂਪ ਦਿੱਤੀ। ਕੀ ਕਰੀਏ? ਸਾਨੂੰ ਉਦਮ ਨਹੀਂ ਕਰਨਾ ਚਾਹੀਦਾ, ਸਾਨੂੰ ਜਦੋਜਹਿਦ ਨਹੀਂ ਕਰਨੀ ਚਾਹੀਦੀ। ਕਦੀ ਆ ਧਿਆਨ ਸਿੰਘ ਮੰਡ, ਕਦੀ ਇਹ ਫਲਾਨਾ, ਕਦੀ ਢੀਂਗੜਾ, ਜਿੰਨੇ ਤੁਸੀਂ ਨਾਂ ਲਏ ਨੇ ਆਪਣੀ ਥਾਂ ਨੇ। ਜੇ ਅੱਜ ਬਾਦਲ 4-5 ਵਾਰੀ ਚੋਣਾਂ ਹਾਰ ਗਿਆ ਤੇ ਉਹਨੂੰ ਤੁਸੀਂ ਛੱਡ ਦਿੱਤਾ, ਉਹ ਕੱਢ ਦਿੱਤਾ ਜਾਂ ਉਹ ਚਲੇ ਗਿਆ, ਵਾਪਸ ਹੋ ਗਿਆ। ਤੇ ਇਹ ਚੱਲਦੀ ਰਹਿੰਦੀ ਆ, ਚੱਲਦੀਆਂ ਰਹਿੰਦੀਆਂ ਗੱਲਾਂ ਵਿੱਚੋਂ ਜਦੋਜਹਿਦ ਚੱਲਦੀ ਰਹਿੰਦੀ, ਉਹਦੇ ਵਿੱਚ ਹਾਣ ਲਾਭ ਚੱਲਦੇ ਰਹਿੰਦੇ ਨੇ। ਕਦੇ ਵੀ ਆਪਣਾ ਉਦਮ ਕਰਨਾ ਨਹੀਂ ਛੱਡਣਾ ਚਾਹੀਦਾ ਚੰਗੇ ਪਾਸੇ ਲਈ, ਜਿਹਦੇ ਲਈ ਕੌਮ ਦਾ ਫਾਇਦਾ ਹੁੰਦਾ ਹੋਵੇ। ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਨੂੰ ਲੈ ਕੇ ਕਿੱਥੇ ਜੇ ਕਿਤੇ ਏਕਤਾ ਨਹੀਂ ਹੈਗੀ ਜਾਂ ਕੋਈ ਕਾਮਯਾਬ ਨਹੀਂ ਹੋਏ ਤੇ ਇਹਦਾ ਮਤਲਬ ਬਾਦਲ ਨੂੰ ਮੱਥਾ ਟੇਕ ਦਿਓ, ਕਮੇਟੀ ਸੌਂਪ ਦਿਓ, ਉਹਨੂੰ ਅਕਾਲ ਤਖਤ ਸੌਂਪ ਦਿਓ, ਅਕਾਲੀ ਦਲ ਸੌਂਪ ਦਿਓ, ਮਾਲਕ ਬਣਾ ਦਿਓ ਉਹਨੂੰ। ਗੁਰੂ ਗੋਬਿੰਦ ਸਿੰਘ ਜੀ ਨੋਟੀਫਿਕੇਸ਼ਨ ਜਾਰੀ ਕਰ ਗਏ ਇਸ ਟੱਬਰ ਲਈ, ਕਿਉਂ ਦੇ ਦਈਏ? ਸਿੱਖ ਨੂੰ ਜਦੋਂ ਮੌਕਾ ਮਿਲੂਗਾ ਵੋਟ ਪਾਉਣ ਦਾ, ਉਦੋਂ ਦੱਸੋ ਉਹ ਕਿੱਥੇ ਖੜਾ ਤੇ ਉਹ ਕਿਹਨੂੰ ਮਾਨਤਾ ਦਿੰਦਾ। ਜਿਹਨੂੰ ਵੀ ਮਾਨਤਾ ਦੂ ਅਸੀਂ ਸਿਰ ਮੱਥੇ ਤੇ ਮੰਨਾਂਗੇ। ਜਥੇਦਾਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਅਗਵਾਈ ਕਰਨ ਵਾਲਾ ਹੋਵੇ, ਕੋਈ ਇੱਕ ਹੋਵੇ ਜਿਹਦੇ ਮਗਰ ਸਾਰੇ ਤੁਰਨ? ਕਿਉਂਕਿ ਜਦੋਂ ਮੰਡ ਸਾਹਿਬ ਨੇ ਸੁਨੇਹਾ ਦਿੱਤਾ ਤਾਂ ਸੰਗਤ ਉੱਥੇ ਪਹੁੰਚੀ, ਸਰਬੱਤ ਖਾਲਸਾ ਹੋਇਆ, ਸੰਗਤ ਉੱਥੇ ਪਹੁੰਚੀ, ਸੰਗਤ ਪਹੁੰਚਦੀ ਰਹੀ। ਨਹੀਂਗਾ, ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਹੋਇਆ। ਇਹ ਜਦੋਂ ਕੋਈ ਸਮਾਂ ਆਊਗਾ ਵੋਟਾਂ ਪਾਉਣ ਦਾ, ਉਦੋਂ ਗੱਲਾਂ ਕਰੇ ਇਹੋ ਜਿਹੀਆਂ, ਹਾਲੀ ਕੋਈ ਫਾਇਦਾ ਨਹੀਂ ਇਹਨਾਂ ਦਾ। ਸ਼੍ਰੋਮਣੀ ਕਮੇਟੀ ਤੁਹਾਨੂੰ ਲੱਗਦਾ ਚੋਣਾਂ ਕਦੋਂ ਹੋ ਜਾਣਗੀਆਂ? ਇਹ ਜਦੋਂ ਸੈਂਟਰ ਚਾਹੂਗਾ ਉਦੋਂ ਹੋਣਗੀਆਂ ਤੇ ਅਸੀਂ ਉਦੋਂ ਹਿੱਸਾ ਲਵਾਂਗੇ। ਤੁਸੀਂ ਸੈਂਟਰ ਤੱਕ ਪਹੁੰਚ ਕੀਤੀ ਇਸ ਨੂੰ? ਕਿਉਂ ਕਰੀਏ ਅਸੀਂ ਸੈਂਟਰ ਤੱਕ ਪਹੁੰਚ? ਸੈਂਟਰ ਦੀ ਜ਼ਿੰਮੇਵਾਰੀ ਹੈ। ਜਦੋਂ ਇੱਥੇ ਲੋਕ ਸਭਾ ਆਉਂਦੀ ਹੈ, ਵਿਧਾਨ ਸਭਾ ਆਉਂਦੀ ਤੇ ਅਸੀਂ ਉਦੋਂ ਪਹੁੰਚ ਕਰਦੇ ਹਾਂ ਉੱਥੇ। ਕਿਉਂ ਕਰੀਏ ਅਸੀਂ? ਇਹ ਉਹਨਾਂ ਦੀ ਜ਼ਿੰਮੇਵਾਰੀ ਉਹ ਟਾਈਮ ਤੇ ਕਰਾਉਣ। ਤੇ ਜੇ ਸੈਂਟਰ ਨਾ ਚੋਣਾਂ ਕਰਵਾਏਗਾ ਫਿਰ ਕਿੱਦਾਂ ਆਜ਼ਾਦੀ ਤੇ ਅਸੀਂ ਉਹਨੂੰ ਮਿਲਾਂਗੇ, ਜਦੋਂ ਵੋਟਾਂ ਲੈਣ ਆਊਗਾ ਸਿੱਖਾਂ 'ਚ ਉਹਨੂੰ ਮਿਲਾਂਗੇ, ਅੱਗੋਂ ਉਹਨੂੰ ਪੁੱਛਾਂਗੇ। ਪੰਥਕ ਅਕਾਲੀ ਲਹਿਰ ਕਿੱਥੇ ਖੜੀ ਹੈ ਤੁਹਾਡੀ ਹੁਣ? ਤਾਂ ਪ੍ਰਚਾਰ ਜਿਹੜਾ ਉਹ ਤੁਸੀਂ ਸੋਸ਼ਲ ਮੀਡੀਆ ਇਹ ਜ਼ਮੀਨ ਤੇ ਖੜੀ ਹੈ, ਜਿਸ ਜ਼ਮੀਨ ਤੇ ਸਿੱਖ ਵਸਦੇ ਨੇ ਉਹਨਾਂ ਦੇ ਵਿੱਚ ਖੜੀ ਆ। ਜਥੇਦਾਰ ਸਾਹਿਬ, ਅੱਗੇ ਦੀ ਰਣਨੀਤੀ ਕੀ ਹੈ ਤੁਹਾਡੀ? ਕਿਵੇਂ ਦੀ ਰਣਨੀਤੀ? ਪ੍ਰਕਾਸ਼ ਸਿੰਘ ਬਾਦਲ ਤੋਂ ਅਸੀਂ ਇੱਕ ਕਮੇਟੀ ਲਵਾਂਗੇ, ਇਹ ਆ ਰਣਨੀਤੀ ਸਾਡੀ। ਰਣਨੀਤੀ ਇਹ ਆ ਕਿ ਅਸੀਂ ਬਾਦਲ ਪਰਿਵਾਰ ਤੋਂ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਲਵਾਂਗੇ, ਸਿੱਖਾਂ ਦੀ ਰਾਹੀਂ ਲਵਾਂਗੇ। ਸਿੱਖ ਕੌਮ ਸਾਡੇ ਨਾਲ ਖੜੂਗੀ। ਸ਼ੁਕਰੀਆ ਜਥੇਦਾਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ। ਬੜੀ ਬੇਬਾਕੀ ਦੇ ਨਾਲ ਇਹਨਾਂ ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਤੁਸੀਂ ਸਾਡੇ ਲੋਕਰਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਕਮੈਂਟ ਜ਼ਰੂਰ ਰੱਖਿਓ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ। ਜੋ ਪੰਥ ਦੇ ਵਿੱਚ तमाम ਮਸਲੇ ਪੈਦਾ ਹੁੰਦੇ ਨੇ, ਸਿੱਖ ਪੰਥ ਇਸ ਨੂੰ ਬੜਾ ਬਰੀਕੀ ਦੇ ਨਾਲ ਨਜ਼ਦੀਕੀ ਤੋਂ ਤੱਕ ਰਿਹਾ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।